वन्दे मातरं सुजलां सुफलां मलयज शीतलां शस्यश्यामलां मातरं वन्दे मातरम् शुभज्योत्स्नां पुलकितयामिनीं फुल्लकुसुमितद्रुमदलशोभिनीं सुहासिनीं सुमधुरभाषिणीं सुखदां मातरं वंदे मातरम। पुस्तक का नाम स्वतंत्रता संग्राम सेनानी पंडित श्री राम शर्मा आचार्य। पंडित श्री राम शर्मा आचार्य का प्रारंभिक जीवन। पंडित श्री राम शर्मा आचार्य ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਆਪਣੀ ਭਾਗੀਦਾਰੀ ਦੇ ਸਾਲਾਂ ਦੌਰਾਨ ਸ਼੍ਰੀ ਰਾਮ ਮੱਤ ਦੇ ਨਾਮ ਤੋਂ ਪ੍ਰਸਿੱਧ ਹੋਏ ਸਨ। ਉਹਨਾਂ ਦਾ ਜਨਮ 20 ਸਤੰਬਰ 1911 ਨੂੰ ਆਮਲਖੇੜਾ, ਜੋ ਜ਼ਿਲ੍ਹਾ ਆਗਰਾ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬਹੁਤ ਹੀ ਧਾਰਮਿਕ ਈਸ਼ਵਰ ਪ੍ਰੇਮੀ ਪਰਿਵਾਰ ਵਿੱਚ ਹੋਇਆ। ਬਚਪਨ ਤੋਂ ਲੋਕ ਸੇਵਾ ਦੀ ਭਾਵਨਾ। ਹਾਲਾਂਕਿ ਉਹਨਾਂ ਦਾ ਜਨਮ ਇੱਕ ਅਜਿਹੇ ਯੁੱਗ 'ਚ ਹੋਇਆ ਸੀ ਜਦੋਂ ਜਾਤੀ ਵਿਭਾਜਨ ਆਪਣੇ ਸਿਖਰ ਤੇ ਸੀ। ਉਹ ਇਸ ਤਰ੍ਹਾਂ ਦੇ ਸਮਾਜਿਕ ਪ੍ਰਤੀਬੰਧਾਂ ਦਾ ਪੂਰੀ ਤਰ੍ਹਾਂ ਤੋਂ ਵਿਰੋਧ ਕਰਦੇ ਸਨ ਅਤੇ ਅਜਿਹੀ ਧਾਰਨਾਵਾਂ ਨੂੰ ਤੋੜਦੇ ਸਨ। ਅਜਿਹਾ ਹੀ ਇੱਕ ਉਦਾਹਰਨ ਜਦੋਂ ਉਹਨਾਂ ਨੇ ਇੱਕ ਗਰੀਬ ਹਰੀਜਨ ਮਹਿਲਾ ਦੀ ਸੇਵਾ ਕੀਤੀ ਜੋ ਕੋੜ ਦੇ ਰੋਗ ਤੋਂ ਪੀੜਿਤ ਸੀ। ਉਸਦੀ ਜਾਤੀ ਦੇ ਕਾਰਨ ਕਿਸੇ ਨੂੰ ਉਸਦੇ ਨਜ਼ਦੀਕ ਆਉਣ ਦੀ ਮਨਾਹੀ ਸੀ। ਪੰਡਿਤ ਸ਼੍ਰੀ ਰਾਮ ਨੇ ਨਾ ਕੇਵਲ ਉਸਦੀ ਦੇਖਭਾਲ ਕੀਤੀ ਬਲਕਿ ਠੀਕ ਹੋਣ ਤੱਕ ਪੂਰੀ ਜ਼ਿੰਮੇਵਾਰੀ ਨਿਭਾਈ। ਪੰਡਿਤ ਸ਼੍ਰੀ ਰਾਮ ਸਮਾਜ ਦੇ ਬੰਧਨਾਂ ਅਤੇ ਸੀਮਾ ਦੇ ਵਿਰੁੱਧ ਜਾ ਕੇ ਹਰੀਜਨ ਬੱਚਿਆਂ ਨੂੰ ਹਰ ਰੋਜ਼ ਪੜ੍ਹਾਉਂਦੇ ਸਨ। ਆਪਣੇ ਆਸ-ਪਾਸ ਦੇ ਸਾਰੇ ਲੋਕਾਂ ਦੇ ਲਈ ਇੱਕ ਉਦਾਹਰਨ ਪੇਸ਼ ਕੀਤਾ। ਸੁਤੰਤਰਤਾ ਸੰਗਰਾਮ ਵਿੱਚ ਭਾਗੀਦਾਰੀ ਦੀ ਸ਼ੁਰੂਆਤ। ਜਿਵੇਂ ਕਿ ਉਹਨਾਂ ਦਿਨੀ ਇਹ ਪ੍ਰਥਾ ਸੀ, ਪੰਡਿਤ ਸ਼੍ਰੀ ਰਾਮ ਦਾ ਵਿਆਹ ਵੀ ਛੋਟੀ ਉਮਰ ਵਿੱਚ ਹੋ ਗਿਆ ਸੀ। ਪੰਡਿਤ ਸ਼੍ਰੀ ਰਾਮ ਦੀ ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਦੀ ਪ੍ਰਬਲ ਇੱਛਾ ਸੀ, ਜਿਸ ਦਾ ਨਿਰਦੇਸ਼ ਉਹਨਾਂ ਦੇ ਸੀ, ਪਰੰਤੂ ਉਹਨਾਂ ਨੇ ਆਪਣੇ ਪਰਿਵਾਰ ਤੋਂ ਹੀ ਸੁਤੰਤਰਤਾ ਅੰਦੋਲਨ ਵਿੱਚ ਹਿੱਸੇਦਾਰ ਬਣਨ ਦੇ ਲਈ ਸਮਰਥਨ ਨਹੀਂ ਮਿਲਿਆ। ਇਸ ਦੇ ਕਾਰਨ ਇੱਕ ਦਿਨ ਪੰਡਿਤ ਸ਼੍ਰੀ ਰਾਮ ਕਿਸੇ ਨਾ ਕਿਸੇ ਬਹਾਨੇ ਘਰ ਤੋਂ ਬਾਹਰ ਨਿਕਲੇ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਮਲਖੇੜਾ ਤੋਂ ਆਗਰਾ ਤੱਕ ਪੈਦਲ ਹੀ ਚੱਲ ਪਏ। ਉਹ ਆਗਰਾ ਵਿੱਚ ਸੁਤੰਤਰਤਾ ਅੰਦੋਲਨ ਦੀ ਕ੍ਰਾਂਤੀ ਦਾ ਹਿੱਸਾ ਬਣੇ ਅਤੇ ਅੰਗਰੇਜ਼ੀ ਹਕੂਮਤ ਦੇ ਵਿਰੁੱਧ 30 ਕਿਲੋਮੀਟਰ ਚੱਲ ਕੇ ਫਤਿਹਪੁਰ ਸੀਕਰੀ ਮਾਰਗ ਤੇ ਸਥਿਤ ਸੁਚੇਤਾ ਦੇ ਵਿਦਰੋਹ ਵਿੱਚ ਆਪਣੀ ਭੂਮਿਕਾ ਨਿਭਾਈ। ਰੋਲਟ ਐਕਟ ਦੇ ਵਿਰੁੱਧ ਵਿਦਰੋਹ ਦੇ ਸਮੇਂ ਪੰਡਿਤ ਸ਼੍ਰੀ ਰਾਮ ਦੀਆਂ ਗਤੀਵਿਧੀਆਂ। ਸੁਤੰਤਰਤਾ ਸੰਗਰਾਮ ਦਾ ਇੱਕ ਨਵਾਂ ਪੜਾਅ ਉਦੋਂ ਸ਼ੁਰੂ ਹੋਇਆ ਜਦੋਂ ਸਾਰਾ ਦੇਸ਼ ਰੋਲਟ ਐਕਟ ਦੇ ਵਿਰੁੱਧ ਖੜਾ ਹੋ ਗਿਆ। ਇਸ ਅਗਨੀ ਨੇ ਲੋਕਮਾਨਯ ਤਿਲਕ, ਮਹਾਤਮਾ ਗਾਂਧੀ ਆਦਿ ਲੋਕਾਂ ਦੇ ਜਾਗਰੂਕ ਹੋਣ ਨਾਲ ਸਮਰਥਨ ਮਿਲਿਆ। ਇਸ ਦੌਰਾਨ ਪੰਡਿਤ ਸ਼੍ਰੀ ਰਾਮ ਸ਼੍ਰੀ ਕ੍ਰਿਸ਼ਨ ਦੱਤ ਪਾਲੀਵਾਲ ਨੂੰ ਮਿਲੇ ਅਤੇ ਭਾਰਤ ਦੀਆਂ ਮਹਾਨ ਸ਼ਖਸੀਅਤਾਂ ਅਤੇ ਭਾਰਤੀ ਸੁਤੰਤਰਤਾ ਬਾਰੇ ਬਹੁਤ ਕੁਝ ਪੜ੍ਹਿਆ। ਇਸ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਤੱਥਾਂ ਤੋਂ ਜਾਣੂ ਕਰਵਾਇਆ ਜੋ ਮੁੱਢਲੀ ਸਿੱਖਿਆ ਪ੍ਰਣਾਲੀ ਵਿੱਚ ਨਹੀਂ ਦੱਸੇ ਗਏ ਸਨ। ਇਹ ਤੱਥ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਨਹੀਂ ਦੱਸੇ ਗਏ ਸਨ। ਇਹ ਤੱਥ ਦੇਸ਼ ਦੀ ਸਿੱਖਿਆ ਪ੍ਰਣਾਲੀ ਵਿੱਚ ਜਾਣਬੁੱਝ ਕੇ ਨਹੀਂ ਪੜ੍ਹਾਏ ਗਏ। ਇਹਨਾਂ ਦੇ ਵਿਰੁੱਧ ਇੱਕ ਕ੍ਰਾਂਤੀ ਸ਼ੁਰੂ ਹੋ ਚੁੱਕੀ ਸੀ। ਸੁਤੰਤਰਤਾ ਸੰਗਰਾਮ ਵਿੱਚ ਸਰਗਰਮ ਸ਼੍ਰੀ ਕ੍ਰਿਸ਼ਨ ਪਾਲੀਵਾਲ ਜੀ ਨੇ ਸੈਨਿਕ ਨਾਂ ਦਾ ਇੱਕ ਅਖਬਾਰ ਸ਼ੁਰੂ ਕੀਤਾ, ਜਿਸ ਵਿੱਚ ਪੰਡਿਤ ਸ਼੍ਰੀ ਰਾਮ ਨੇ ਪ੍ਰੂਫਿੰਗ, ਸੰਪਾਦਨ ਆਦਿ ਦਾ ਕੰਮ ਬਹੁਤ ਲਗਨ ਅਤੇ ਨਿਸ਼ਠਾ ਤੋਂ ਸੰਭਾਲਿਆ। ਉਹਨਾਂ ਨੇ ਬਾਬੂ ਗੁਲਾਬ ਰਾਏ MA ਦੇ ਸਾਹਿਤ ਦਾ ਅਧਿਐਨ ਵੀ ਕੀਤਾ। ਪੰਡਿਤ ਸ਼੍ਰੀ ਰਾਮ ਨੇ ਕ੍ਰਾਂਤੀ ਦੇ ਬੀਜ ਬੀਜਣ ਲਈ ਮਤ ਮਿਲਾਪ ਨਾਮ ਦੀਆਂ ਜੋਸ਼ੀਲੀਆਂ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਜੋ ਵਿਦਿਆਰਥੀ ਦੈਨਿਕ ਵਿਸ਼ਵਾਮਿੱਤਰ ਵਰਗੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੋਣ ਲੱਗੀਆਂ। ਉਹਨਾਂ ਦੀ ਸਾਰੀਆਂ ਕਿਤਾਬਾਂ ਅਤੇ ਲੇਖਾਂ ਜੋ ਉਸ ਖੇਤਰ ਵਿੱਚ ਚਿਰੰਜੀਵੀ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਹਨ, ਨੇ ਉਸ ਸਮੇਂ ਬਹੁਤ ਸਾਰੇ ਲੋਕਾਂ ਨੂੰ ਸੁਤੰਤਰਤਾ ਅੰਦੋਲਨ ਵਿੱਚ ਰੁਕਣ ਲਈ ਪ੍ਰੇਰਿਤ ਕੀਤਾ। ਇਹਨਾਂ ਸਾਰੇ ਲੇਖਾਂ ਦਾ ਉਦੇਸ਼ ਜਨਤਾ ਵਿੱਚ ਆਜ਼ਾਦੀ ਦੀ ਅੱਗ ਨੂੰ ਭੜਕਾਉਣਾ ਅਤੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਆਪਣੀ ਭੂਮਿਕਾ ਨਿਭਾਉਣ ਦੇ ਲਈ ਅਤੇ ਅੱਗੇ ਆਉਣ ਦੇ ਲਈ ਪ੍ਰੇਰਿਤ ਕਰਨਾ ਸੀ। ਪੰਡਿਤ ਸ਼੍ਰੀ ਰਾਮ ਦਾ ਰਾਮ ਮੱਤ ਕਿਉਂ ਪਿਆ? ਜਿਵੇਂ ਕਿ ਜਾਣਿਆ ਜਾਂਦਾ ਹੈ, ਪੰਡਿਤ ਸ਼੍ਰੀ ਰਾਮ ਆਗਰਾ ਦੀ ਕ੍ਰਾਂਤੀ ਵਿੱਚ ਬਹੁਤ ਸਰਗਰਮ ਸਨ। ਆਗਰਾ ਜ਼ਿਲ੍ਹੇ ਦੀ ਬ੍ਰਿਟਿਸ਼ ਹਕੂਮਤ ਦੇ ਵਿਰੋਧ ਵਿੱਚ ਪੰਡਿਤ ਸ਼੍ਰੀ ਰਾਮ ਨੂੰ ਪੁਲਿਸ ਨੇ ਕੁੱਟਿਆ ਅਤੇ ਬੇਹੋਸ਼ ਕਰ ਦਿੱਤਾ। ਇਸ ਹਾਲਤ ਵਿੱਚ ਵੀ ਪੰਡਿਤ ਸ਼੍ਰੀ ਰਾਮ ਨੇ ਝੰਡੇ ਨੂੰ ਜ਼ਮੀਨ ਤੇ ਨਹੀਂ ਡਿੱਗਣ ਦਿੱਤਾ, ਮੂੰਹ ਵਿੱਚ ਦਬਾਈ ਰੱਖਿਆ ਤਾਂ
ਤਾਂ ਜੋ ਅੰਗਰੇਜ਼ ਉਸ ਝੰਡੇ ਨੂੰ ਲੈ ਕੇ ਨਸ਼ਟ ਨਾ ਕਰ ਦੇਣ। ਇਸ ਵਿਸ਼ੇਸ਼ ਘਟਨਾਕ੍ਰਮ ਤੋਂ ਬਾਅਦ ਉਹਨਾਂ ਦੇ ਸਾਥੀ ਸੁਤੰਤਰਤਾ ਸੈਨਾਨੀਆਂ ਨੇ ਉਹਨਾਂ ਨੂੰ ਸ਼੍ਰੀ ਰਾਮ ਮੱਤ ਦਾ ਉਪਨਾਮ ਦਿੱਤਾ ਸੀ। ਵਿਭਿੰਨ ਅਫਸਰਾਂ ਤੇ ਸਖਤ ਜੇਲ੍ਹ ਦੀ ਸਜ਼ਾ। ਪੰਡਿਤ ਸ਼੍ਰੀ ਰਾਮ ਮੱਤ ਨੂੰ ਸੁਤੰਤਰਤਾ ਸੰਗਰਾਮ ਦੇ ਦੌਰਾਨ 6 ਤੋਂ ਜ਼ਿਆਦਾ ਵਾਰ ਸਖਤ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਸਜ਼ਾ ਦੇ ਦੌਰਾਨ ਉਹਨਾਂ ਨੇ ਮਹਾਤਮਾ ਗਾਂਧੀ, ਮਦਨ ਮੋਹਨ ਮਾਲਵੀਏ, ਰਫੀ ਅਹਿਮਦ ਕਿਦਵਈ ਆਦਿ ਜਿਹੇ ਸੁਤੰਤਰਤਾ ਸੈਨਾਨੀਆਂ ਨਾਲ ਮਿਲਣ ਦਾ ਅਤੇ ਉਹਨਾਂ ਤੋਂ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਇਹ ਸਾਰੀ ਸਿੱਖਿਆ ਪੰਡਿਤ ਸ਼੍ਰੀ ਰਾਮ ਦੀ ਅਗਲੀ ਯਾਤਰਾ ਵਿੱਚ ਸਹਾਇਕ ਹੋਈ ਸੀ, ਜੋ ਆਜ਼ਾਦੀ ਦੀ ਲੜਾਈ ਤੋਂ ਬਾਅਦ ਇੱਕ ਵਿਰਾਟ ਰੂਪ ਧਾਰਨ ਕਰਨ ਵਾਲਾ ਸੀ। ਭਰੋਸੇਯੋਗ ਸਵੈਮ ਸੇਵਕ। ਅੰਦੋਲਨ ਦੇ ਦੌਰਾਨ ਅੰਗਰੇਜ਼ਾਂ ਦੁਆਰਾ ਖਜ਼ਾਨੇ ਨੂੰ ਰੱਖਣਾ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਸੀ ਅਤੇ ਉਹ ਆਪਣੇ ਖਜ਼ਾਨੇ ਨੂੰ ਭਰਨ ਅਤੇ ਲੋਕਾਂ ਦੀ ਵਿੱਤੀ ਤਾਕਤ ਨੂੰ ਘੱਟ ਕਰਨ ਦੇ ਲਈ ਨਿਰੰਤਰ ਅਵੈਧ ਖਜ਼ਾਨੇ ਦੀ ਭਾਲ ਕਰਦੇ ਰਹਿੰਦੇ ਸਨ। ਉਸ ਸਮੇਂ ਜੇਲ੍ਹ ਵਿੱਚ ਬੰਦ ਕ੍ਰਾਂਤੀਕਾਰੀਆਂ ਦੇ ਪਰਿਵਾਰਜਨਾਂ ਨੂੰ ਵਿੱਤੀ ਸਹਾਇਤਾ ਦੀ ਲੋੜ ਰਹਿੰਦੀ ਸੀ। ਕਠਿਨ ਪਰਿਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਲੀਵਾਲ ਜੀ ਨੂੰ ਇਹਨਾਂ ਪਰਿਵਾਰਾਂ ਦੇ ਪਾਲਣ ਪੋਸ਼ਣ ਕਰਨ ਦੇ ਲਈ ਅੰਗਰੇਜ਼ਾਂ ਤੋਂ ਖਜ਼ਾਨਾ ਛੁਪਾਉਣ ਲਈ ਇੱਕ ਵਫ਼ਾਦਾਰ ਵਿਅਕਤੀ ਦੀ ਜ਼ਰੂਰਤ ਸੀ। ਉਹਨਾਂ ਨੇ ਇਸ ਭਰੋਸੇਮੰਦ ਭੂਮਿਕਾ ਦੇ ਲਈ ਪੰਡਿਤ ਸ਼੍ਰੀ ਰਾਮ ਨੂੰ ਇੰਚਾਰਜ ਚੁਣਿਆ। ਆਜ਼ਾਦੀ ਨਾ ਸਿਰਫ ਭੌਤਿਕ ਰੂਪ ਤੋਂ ਹੀ ਅੰਗਰੇਜ਼ਾਂ ਦੇ ਚੰਗੁਲ ਵਿੱਚੋਂ ਨਿਕਲਣ ਦੀ ਨਹੀਂ, ਸਗੋਂ ਮਾਨਸਿਕ ਰੂਪ ਤੋਂ ਵੀ ਹੋਣੀ ਚਾਹੀਦੀ ਸੀ। ਵਿਚਾਰਾਂ ਦੀ ਪੁਰਾਣੀ ਜੰਜੀਰਾਂ ਨੂੰ ਤੋੜ ਕੇ ਉਹਨਾਂ ਨੂੰ ਨਵੇਂ ਸਿਰਿਓਂ ਬਦਲਣ ਲਈ ਇੱਕ ਮਹਾਨ ਵਿਚਾਰ ਕ੍ਰਾਂਤੀ ਦਾ ਉਦੇਸ਼ ਸਾਹਮਣੇ ਖੜਿਆ ਸੀ। ਪੰਡਿਤ ਸ਼੍ਰੀ ਰਾਮ ਨੇ ਵਿਚਾਰ ਕ੍ਰਾਂਤੀ ਦੇ ਇਸ ਅੰਦੋਲਨ ਨੂੰ ਗਤੀ ਦੇਣ ਅਤੇ ਉਸ ਵਿੱਚ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਲਿਆ। ਆਪਣਾ ਸਾਰਾ ਜੀਵਨ ਉਸ ਸੰਕਲਪ ਦੇ ਲਈ ਸਮਰਪਿਤ ਕਰ ਦਿੱਤਾ। ਇਹ ਸੰਕਲਪ ਅਖਿਲ ਵਿਸ਼ਵ ਗਾਇਤਰੀ ਪਰਿਵਾਰ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ। ਪੁਸਤਕ ਦੀ ਜਾਣਕਾਰੀ। ਇਹ ਪੁਸਤਕ ਪੰਡਿਤ ਸ਼੍ਰੀ ਰਾਮ ਦੇ ਬਚਪਨ ਤੋਂ ਸੁਤੰਤਰਤਾ ਸੈਨਾਨੀ ਬਣਨ ਦੀ ਯਾਤਰਾ ਦੀ ਅਨੇਕਾਂ ਘਟਨਾਵਾਂ ਗਤੀਵਿਧੀਆਂ ਦਾ ਸੰਕਲਪ ਹੈ। ਪਾਠਕ ਇਸ ਤੋਂ ਉਹਨਾਂ ਦੇ ਅਨੁਭੂਤ ਸਿਧਾਂਤ ਅਤੇ ਵਿਚਾਰਾਂ ਤੋਂ ਜਾਣੂ ਹੋ ਸਕਣਗੇ ਅਤੇ ਸੁਤੰਤਰਤਾ ਸੰਗਰਾਮ ਵਿੱਚ ਉਹਨਾਂ ਦੀ ਭੂਮਿਕਾ ਨੂੰ ਜਾਣ ਸਕਣਗੇ। ਪੁਸਤਕ ਵਿੱਚ ਸ਼ਾਮਲ ਕੁਝ ਵਿਸ਼ਿਆਂ ਬਾਰੇ। ਆਗਰਾ ਦਾ ਕਿਰਾਇਆ, ਬੰਦੀ ਅੰਦੋਲਨ ਅਤੇ ਪੂਜਯ ਆਚਾਰੀਆ ਜੀ, ਗਾਂਧੀ ਅਤੇ ਰੈਂਟ ਐਕਟ ਦੇ ਆਸਨਸੋਲ ਜੇਲ੍ਹ ਦੇ ਲਈ ਕੋਲਕਾਤਾ ਸੰਮੇਲਨ, ਸਾਬਰਮਤੀ ਆਸ਼ਰਮ ਵਿਖੇ ਨਿਰਦੇਸ਼, ਅਧਿਆਤਮਿਕ ਪ੍ਰਵੇਸ਼।